ਮੰਮੀ ਡੈਡੀ ਨਾਲ ਖੁਸ਼ੀ ਦੀਆਂ ਗੱਲਾਂ ਸ਼ੇਅਰ ਕਰ ਲੈਂਦੀ ਆ ਬਟ ਟੈਨਸ਼ਨ ਵਾਲੀ ਗੱਲ ਮੈਂ ਬਿਲਕੁਲ ਵੀ ਸ਼ੇਅਰ ਨਹੀਂ ਕਰਦੀ ਬਿਕਾਜ਼ ਮੈਂ ਮੰਮੀ ਡੈਡੀ ਦੇ ਨਾਲ ਆਬਵੀਅਸਲੀ ਨਹੀਂ ਰਹਿੰਦੀ, ਉਹ ਰਹਿੰਦੇ ਆ ਉੱਤਰਾਖੰਡ, ਮੈਂ ਰਹਿੰਦੀ ਆ ਬੰਬੇ। ਮੈਨੂੰ ਇਹ ਲੱਗਦਾ ਕਿ ਮੰਮੀ ਡੈਡੀ ਚਾਹੇ ਜਿੰਨਾ ਮਰਜ਼ੀ ਕਹਿਣ ਨਹੀਂ ਨਹੀਂ ਤੂੰ ਸਾਨੂੰ ਦੱਸਿਆ ਕਰ, ਕੋਈ ਨਹੀਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਉਹ, ਲੇਕਿਨ ਐਟ ਦੀ ਐਂਡ ਆਫ ਦ ਡੇ ਉਹਨਾਂ ਵਰਗੀ ਫਿਕਰ ਤਾਂ ਕੋਈ ਵੀ ਨਹੀਂ ਕਰ ਸਕਦਾ, ਉਹਨਾਂ ਵਰਗਾ ਪਿਆਰ ਕੋਈ ਨਹੀਂ ਕਰ ਸਕਦਾ। ਮੰਮੀ ਦਿਲ ਛੱਡ ਜਾਂਦੇ ਆ ਬੜੀ ਜਲਦੀ ਇੱਦਾਂ, ਤਾਂ ਫਿਰ ਮੈਂ ਮੰਮੀ ਨੂੰ ਉਦੋਂ ਤੋਂ ਡਿਸਾਈਡ ਕੀਤਾ ਕਿ ਨਹੀਂ। ਇਨਫੈਕਟ ਮੈਂ ਆਪਣੇ ਭਰਾ ਨੂੰ ਵੀ ਕਦੇ ਕਦੇ ਮਨਾ ਕਰਦੀ ਆ ਕਿ ਤੂੰ ਵੀ ਜ਼ਿਆਦਾ ਆਪਣੀ ਕੋਈ ਟੈਨਸ਼ਨ ਵਾਲੀ ਗੱਲ ਹੈ ਨਾ ਮੰਮੀ ਡੈਡੀ ਨੂੰ ਨਾ ਦੱਸਿਆ ਕਰ। ਸ਼ਾਇਦ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਇਸ ਚੀਜ਼ ਦੀ ਲੋੜ ਆ। ਮੈਂ ਤਾਂ 2 ਦਿਨ ਜੇ ਪ੍ਰੇਅਰ ਨਾ ਕਰਾਂ ਨਾ 3 ਦਿਨ ਤਾਂ ਮੈਂ ਇਨਸਾਨ ਹੀ ਕੁਛ ਅਜੀਬ ਬਣ ਜਾਂਦੀ ਆ, ਲਾਈਕ ਵੀਅਰਡ। ਮੈਂ ਟੈਨਸ਼ਨ ਜ਼ਿਆਦਾ ਲਊਂਗੀ, ਸੋਚੂੰਗੀ ਜ਼ਿਆਦਾ। ਤੇ ਜੇ ਮੈਨੂੰ ਮੌਕਾ ਮਿਲੇ, ਜੇ ਮੈਨੂੰ ਪੁੱਛੋ ਤਾਂ ਮੈਂ ਚਾਹੁੰਦੀ ਕਿ ਮਾਨ ਸਾਹਿਬ ਜ਼ਰੂਰ ਆਉਂਦੇ। ਮਾਨ ਸਾਹਿਬ ਦੇ ਨਾਲ ਗੱਲਾਂ ਕਰਕੇ ਮੈਨੂੰ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ। ਜੇ ਮੈਨੂੰ ਪੁੱਛੋ ਸਭ ਤੋਂ ਜ਼ਿਆਦਾ ਯਾਦਗਾਰ ਵਾਜ਼ ਸਿੱਧੂਜ਼ ਐਪੀਸੋਡ, ਬਿਕਾਜ਼ ਬਹੁਤ ਸਾਰੇ ਗੈਸਟ ਸ਼ਾਇਦ ਆਉਣਗੇ ਦੁਬਾਰਾ, ਸੀਜ਼ਨ 3 ਬਣੂਗਾ ਜਾਂ 2 'ਚ ਵੀ ਸ਼ਾਇਦ ਇੱਕ ਅੱਧੇ ਪਿਛਲੇ ਸੀਜ਼ਨ ਦੇ ਆਉਣ, ਆਈ ਡੋਂਟ ਨੋ, ਬਟ ਯੂ ਨੋ ਆਈ ਮਿਸ ਦੈਟ ਪਾਰਟ ਦੈਟ ਯੂ ਨੋ ਕਿ ਉਹ ਟਾਈਮ ਕਦੇ ਵਾਪਸ ਨਹੀਂ ਆ ਸਕਦਾ। ਤੁਹਾਨੂੰ ਹੀ ਇੰਟਰਵਿਊ ਦਿੱਤਾ ਸੀ ਰਾਈਟ, ਜਦੋਂ ਮੈਂ ਕਿਹਾ ਸੀ, ਤੁਸੀਂ ਮੈਨੂੰ ਸ਼ਾਇਦ ਸਵਾਲ ਪੁੱਛਿਆ ਸੀ ਕਿ ਕੌਣ ਚਾਹੁੰਦੇ ਹੋ ਤੁਸੀਂ, ਤਾਂ ਮੈਂ ਕਿਹਾ ਸੀ ਕਿ ਆਈ ਵੁੱਡ ਲਵ ਟੂ ਹੈਵ ਸਿੱਧੂ ਮੂਸੇਵਾਲਾ ਔਨ ਦਾ ਸ਼ੋ। ਤੇ ਉਦੋਂ ਤੱਕ ਮੇਰੀ ਤੇ ਸਿੱਧੂ ਦੀ ਇੱਕੋ ਵਾਰ ਮੁਲਾਕਾਤ ਹੋਈ ਸੀ ਫॉर ਜੱਟੀ ਜੋੜੇ ਮੋੜ ਵਰਗੀ ਗਾਣੇ ਦੇ ਲਈ, ਤੇ ਔਰ ਹਮੇਸ਼ਾ ਹੀ ਮੈਂ ਸਿੱਧੂ ਨੂੰ ਬਹੁਤ ਐਡਮਾਇਰ ਕਰਦੀ ਸੀ। ਤਾਂ ਮੈਨੂੰ ਨਹੀਂ ਸੀ, ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇੰਟਰਵਿਊ ਦੇਖਿਆ। ਦ ਹੋਲ ਸੀਜ਼ਨ ਔਰ ਉਹ ਐਪੀਸੋਡ ਤਾਂ ਮੇਰੀ ਮਤਲਬ ਜ਼ਿੰਦਗੀ ਦਾ, ਚਾਹੇ ਜਿੰਨੇ ਮਰਜ਼ੀ ਸੀਜ਼ਨ ਆਉਣ, ਜਿੰਨੇ ਮਰਜ਼ੀ ਐਪੀਸੋਡ ਹੋਣ, ਬਟ ਉਹ ਸਭ ਤੋਂ ਜ਼ਿਆਦਾ ਖਾਸ ਰਹੂਗਾ। So today we are in conversation with one of the finest and beautiful actress of Punjabi industry, though she's Adam Muttiar, but I love her style. Sonam Bajpayee with us. Sonam, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਦਿਲ ਦੀਆਂ ਗੱਲਾਂ ਕਰਨ ਤੁਸੀਂ ਦੁਬਾਰਾ ਆ ਰਹੇ ਹੋ 29th ਨੂੰ, ਔਰ ਬਹੁਤ ਪਿਆਰ ਦਿੱਤਾ ਸੀ ਸੀਜ਼ਨ 1 ਨੂੰ। ਕਿੰਨੇ ਐਕਸਾਈਟਿਡ ਹੋ ਹੁਣ? ਤੇ ਉਦੋਂ ਲੱਗਦਾ ਸੀ ਕਿ ਇੰਨਾ ਪਿਆਰ, ਹਾਂ ਠੀਕ ਹੈ ਸੋਨਮ ਬਾਜਵਾ ਆ ਰਹੇ ਹੈ ਸ਼ੋਅ ਤੇ ਹੋਸਟ ਕਰਨਗੇ, ਬਹੁਤ ਵੱਡੀ ਚੀਜ਼ ਸੀ, ਬਟ ਲੱਗਦਾ ਸੀ ਕਿ ਇੰਨਾ ਜ਼ਿਆਦਾ ਓਵਰਵੈਲਮ ਕਰਨਗੇ ਲੋਕੀ। ਨਹੀਂ, ਐਕਚੁਅਲੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਲੋਕੀ ਇੰਨਾ ਜ਼ਿਆਦਾ ਪਿਆਰ ਦੇਣਗੇ। ਸੋ ਆਈ ਫੀਲ ਵੈਰੀ ਹੈਪੀ। ਤੇ ਸੀਜ਼ਨ 2 ਲਈ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਕਿਉਂਕਿ ਮੇਰੀਆਂ ਇੰਨੀਆਂ ਹੀ ਬਹੁਤ ਸਾਰੀਆਂ ਯਾਦਗਾਰ ਮੈਮੋਰੀਜ਼ ਆ, ਲਾਈਕ ਬਹੁਤ ਸੋਹਣੀਆਂ ਮੈਮੋਰੀਜ਼ ਆ ਸੀਜ਼ਨ 1 ਦੀਆਂ। ਤੇ ਇੰਨਾ ਕੁਝ ਸਿੱਖਣ ਨੂੰ ਮਿਲਿਆ ਸੀਜ਼ਨ 1 'ਚ, ਜਿੰਨੇ ਵੀ ਲੋਕਾਂ ਨਾਲ ਮੈਂ ਇੰਟਰੈਕਟ ਕੀਤਾ, ਜੋ ਵੀ ਸ਼ੋਅ 'ਤੇ ਆਏ, ਤੇ ਫਨ ਵੀ ਬਹੁਤ ਕੀਤਾ। ਸੋ ਦਿਸ ਟਾਈਮ ਮੈਂ ਹੁਣ ਆਲਰੇਡੀ ਮੈਂ ਬਹੁਤ ਐਕਸਾਈਟਿਡ ਹਾਂ ਕਿ ਹੋਰ ਨਵੇਂ ਲੋਕਾਂ ਨੂੰ ਮਿਲੂੰਗੀ। ਕਿੰਨੇ ਲੋਕਾਂ ਨੂੰ ਸ਼ਾਇਦ ਕਦੇ ਹਾਈ ਹੈਲੋ ਹੋਈ ਹੋਊਗੀ, ਲੇਕਿਨ ਉਸ ਤੋਂ ਜ਼ਿਆਦਾ ਕਦੇ ਇੰਟਰੈਕਸ਼ਨ ਨਹੀਂ ਹੋਇਆ, ਬਟ ਯੂ ਨੋ ਟੂ ਸੀ ਦੇਅਰ ਲਾਈਫ ਜਰਨੀ, ਉਹਨਾਂ ਦੇ ਕੁਝ ਸਪੈਸ਼ਲ ਮੋਮੈਂਟਸ ਵਿਟਨੈਸ ਕਰਨੇ ਉੱਥੇ। ਉਹਨਾਂ ਨੇ ਵਾਕਈ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਸ਼ੇਅਰ, ਸੋ ਦੈਟ ਮੇਡ ਮੀ ਵੈਰੀ ਵੈਰੀ ਸਪੈਸ਼ਲ। ਅੱਛਾ, ਯੂ ਲੁੱਕ ਰੈਵਿਸ਼ਿੰਗ ਐਜ਼ ਆਲਵੇਜ਼, ਮੈਂ ਪਹਿਲੇ ਹੀ ਕਹਿਣ ਵਾਲੀ ਸੀ। ਐਂਡ ਕਿਉਂਕਿ ਜਦੋਂ ਵੀ ਤੁਹਾਨੂੰ ਦੇਖਦਾ ਇੱਕ ਮਤਲਬ ਇੱਕ ਤੁਸੀਂ ਤਾਂ ਇੰਸਪੀਰੇਸ਼ਨ ਹੋ ਸਾਰਿਆਂ ਦੇ ਲਈ। ਬਹੁਤ ਸਾਰੇ ਲੋਕਾਂ ਨੇ, ਸੱਚੀ ਗੱਲ ਹੈ, ਤੁਹਾਡਾ ਵਾਲਪੇਪਰ ਲਗਾਇਆ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਇੰਨਾ ਤੁਸੀਂ ਇੰਸਪਾਇਰ ਕਰਦੇ ਹੋ, ਤਾਂ ਬਹੁਤ ਵੱਡੀ ਗੱਲ ਹੈ। ਸੋ ਸੋਨਮ, ਜਦੋਂ ਦਿਲ ਦੀਆਂ ਗੱਲਾਂ ਹੈ ਨਾ, ਦਿਲ ਦੀਆਂ ਗੱਲਾਂ ਕਿਸੇ ਨਾਲ ਸ਼ੇਅਰ ਕਰਨੀਆਂ ਔਰ ਕਿਸੇ ਤੋਂ ਜਾਣਨੀਆਂ ਵੀ ਬੜੀ ਔਖੀਆਂ ਨੇ ਜੀ। ਸੋ ਪਹਿਲਾਂ ਤਾਂ ਇਹ ਪੁੱਛੂੰਗੀ ਕਿ ਤੁਸੀਂ ਕਿਸ ਦੇ ਨਾਲ ਆਪਣੀ ਦਿਲ ਦੀਆਂ ਗੱਲਾਂ ਕਰਦੇ ਹੋ? ਮੇਰੇ 2-3 ਫਰੈਂਡਸ ਹੈਗੇ ਆ, ਐਂਡ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਇੱਦਾਂ ਦੇ ਫਰੈਂਡਸ ਆ ਕਿ ਜੋ ਕਿ ਬਿਨਾਂ ਜਜਮੈਂਟ ਦੇ ਯੂ ਨੋ ਮੇਰੀ ਗੱਲ ਸੁਣਦੇ ਆ। ਬਹੁਤ ਸਾਰੀ ਗੱਲਾਂ ਤੇ ਆਫ ਕੋਰਸ ਬਿਕਾਜ਼ ਆਈ ਐਮ ਨਾਟ ਪਰਫੈਕਟ, ਬਟ ਮੈਂ ਇੰਨੀ ਬਲੈਸਡ ਹਾਂ ਕਿ ਮੇਰੇ ਇੱਦਾਂ ਦੇ ਫਰੈਂਡਸ ਆ ਕਿ ਜੋ ਹਮੇਸ਼ਾ ਮੇਰੇ ਨਾਲ ਖੜੇ ਰਹਿੰਦੇ ਆ, ਔਰ ਉਹਨਾਂ ਦੇ ਨਾਲ ਗੱਲ ਕਰਨੀ, ਸ਼ੇਅਰ ਕਰਨੀ, ਚਾਹੇ ਔਖੀ ਆ ਸੌਖੀ ਆ, ਬੜਾ ਆਸਾਨ ਹੋ ਜਾਂਦਾ ਆ। ਸੋ ਆਈ ਸ਼ੇਅਰ ਵਿਦ ਮਾਈ ਫਰੈਂਡਸ, ਕਲੋਜ਼ ਫਰੈਂਡਸ। ਓਕੇ, ਐਂਡ ਵਾਟ ਅਬਾਊਟ ਫੈਮਿਲੀ? ਉਹਨਾਂ ਨਾਲ ਮੰਮੀ ਡੈਡੀ ਨਾਲ ਖੁਸ਼ੀ ਦੀਆਂ ਗੱਲਾਂ ਸ਼ੇਅਰ ਕਰ ਲੈਂਦੀ ਆ, ਬਟ ਟੈਨਸ਼ਨ ਵਾਲੀ ਗੱਲ ਮੈਂ ਬਿਲਕੁਲ ਵੀ ਸ਼ੇਅਰ ਨਹੀਂ ਕਰਦੀ, ਬਿਕਾਜ਼ ਮੈਂ ਮੰਮੀ ਡੈਡੀ ਦੇ ਨਾਲ ਆਬਵੀਅਸਲੀ ਨਹੀਂ ਰਹਿੰਦੀ, ਉਹ ਰਹਿੰਦੇ ਆ ਉੱਤਰਾਖੰਡ, ਮੈਂ ਰਹਿੰਦੀ ਆ ਬੰਬੇ। ਤਾਂ ਜਦੋਂ ਮਾਂ ਪਿਓ ਤੋਂ ਦੂਰ ਰਹੋ, ਸੋ ਮੈਨੂੰ ਇਹ ਲੱਗਦਾ ਕਿ
ਮੰਮੀ ਡੈਡੀ ਚਾਹੇ ਜਿੰਨਾ ਮਰਜ਼ੀ ਕਹਿਣ ਨਹੀਂ ਨਹੀਂ ਤੂੰ ਸਾਨੂੰ ਦੱਸਿਆ ਕਰ, ਕੋਈ ਨਹੀਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਉਹ, ਲੇਕਿਨ ਐਟ ਦੀ ਐਂਡ ਆਫ ਦ ਡੇ ਉਹਨਾਂ ਵਰਗੀ ਫਿਕਰ ਤਾਂ ਕੋਈ ਵੀ ਨਹੀਂ ਕਰ ਸਕਦਾ, ਉਹਨਾਂ ਵਰਗਾ ਪਿਆਰ ਕੋਈ ਨਹੀਂ ਕਰ ਸਕਦਾ। ਸੋ ਉਹ ਆਊਟ ਆਫ ਲਵ ਓਨਲੀ ਮੈਨੂੰ ਇਹ ਲੱਗਦਾ ਕਿ ਯਾਰ ਜੇ ਕੋਈ ਸਟ੍ਰੈਸਫੁਲ ਗੱਲ ਆ ਨਾ ਤੇ ਮੰਮੀ ਡੈਡੀ ਨੂੰ ਨਾ ਦੱਸੋ, ਆਪੇ ਹੀ ਸੌਰਟ ਕਰ ਲਓ, ਆਪੇ ਹੀ ਸਭ ਹੱਲ ਹੋ ਜਾਂਦਾ, ਚੀਜ਼ਾਂ ਹੋ ਜਾਂਦੀਆਂ। ਸੋ ਉਹ ਮੈਂ ਨਹੀਂ ਦੱਸਦੀ, ਬਟ ਖੁਸ਼ੀ ਦੀ ਗੱਲ ਹੁੰਦੀ ਆ ਤਾਂ 100% ਸਭ ਤੋਂ ਪਹਿਲਾਂ ਆਈ ਕਾਲ ਮਾਈ ਪੇਰੈਂਟਸ ਐਂਡ ਆਈ ਟੈਲ ਦੈਮ। ਅੱਛਾ, ਇਹ ਕਦੋਂ ਤੋਂ ਚੀਜ਼ ਆਣੀ ਸ਼ੁਰੂ ਹੋਈ ਸੋਨਮ ਦੇ ਵਿੱਚ ਕਿ ਨਹੀਂ ਆਹ ਚੀਜ਼ ਮੈਂ ਜਿਹੜੀ ਹੈ ਘਰਦਿਆਂ ਨੂੰ ਨਹੀਂ ਦੱਸੂਗੀ ਕਿ ਟੈਨਸ਼ਨ ਲੈਣਗੇ? ਇਹ ਕਦੋਂ ਕਰੀਅਰ ਦੇ ਸਟਾਰਟਿੰਗ ਦੇ ਵਿੱਚ ਹੀ ਚੀਜ਼ਾਂ ਆਣੀਆਂ ਸ਼ੁਰੂ? ਨਹੀਂ ਪਹਿਲਾਂ ਤਾਂ ਮੈਂ ਦੱਸ ਦਿੰਦੀ ਹੁੰਦੀ ਸੀ, ਤਾਂ ਮੈਂ ਦੇਖਿਆ ਕਿ ਮੰਮੀ ਰੋਣਾ ਸ਼ੁਰੂ ਕਰ ਦਿੰਦੇ ਆ, ਤਾਂ ਫਿਰ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਨਹੀਂ ਯੂ ਨੋ ਲਾਈਕ ਮੰਮੀ ਦਿਲ ਛੱਡ ਜਾਂਦੇ ਆ ਬੜੀ ਜਲਦੀ ਇੱਦਾਂ। ਤਾਂ ਫਿਰ ਮੈਂ ਮੰਮੀ ਨੂੰ ਉਦੋਂ ਤੋਂ ਡਿਸਾਈਡ ਕੀਤਾ ਕਿ ਨਹੀਂ, ਇਨਫੈਕਟ ਮੈਂ ਆਪਣੇ ਭਰਾ ਨੂੰ ਵੀ ਕਦੇ ਕਦੇ ਮਨਾ ਕਰਦੀ ਹਾਂ ਕਿ ਤੂੰ ਵੀ ਜ਼ਿਆਦਾ ਆਪਣੀ ਕੋਈ ਟੈਨਸ਼ਨ ਵਾਲੀ ਗੱਲ ਹੈ ਨਾ ਮੰਮੀ ਡੈਡੀ ਨੂੰ ਨਾ ਦੱਸਿਆ ਕਰ, ਲਾਈਕ ਵੀ ਆਰ ਆਲ ਗਰੋਨ ਅਪਸ, ਵੀ ਆਰ ਅਡਲਟਸ, ਤੇ ਆਪਾਂ ਮੈਂ ਉਹਨੂੰ ਵੀ ਕਹਿ ਦਿੰਦੀ ਹੁੰਦੀ ਹਾਂ ਕਿ ਨਹੀਂ ਮੰਮੀ ਡੈਡੀ ਨੂੰ ਨਾ ਦੱਸਿਆ ਕਰ, ਕਿ ਵੀ ਕਿਉਂ ਟੈਨਸ਼ਨ, ਉਹਨਾਂ ਨੂੰ ਵੈਸੇ ਵੀ ਫਿਕਰ ਰਹਿੰਦੀ ਆ। ਹੁਣ ਤਾਂ ਚਲੋ ਬਹੁਤ ਯੂਜ਼ ਟੂ ਹੋ ਗਿਆ ਸੀ, ਮੈਂ ਤੇ ਮੇਰਾ ਭਰਾ ਬਹੁਤ ਸਾਲਾਂ ਤੋਂ ਅਸੀਂ ਘਰੋਂ ਬਾਹਰ ਆ, ਪਹਿਲਾਂ ਅਸੀਂ ਬੋਰਡਿੰਗ 'ਚ ਸੀ, ਫਿਰ ਅਸੀਂ ਕਾਲਜ ਗਏ ਬਾਹਰ, ਤਾਂ ਇੱਕ ਆਦਤ ਆ, ਲੇਕਿਨ ਫਿਰ ਵੀ ਮੰਮੀ ਡੈਡੀ ਤਾਂ ਫਿਕਰ ਕਰਦੇ ਆ, ਹੈ ਨਾ। ਸੋ ਦੈਨ ਨਾਓ ਆਈ ਡੋਂਟ ਟੈਲ them। ਸੋ ਤੁਹਾਡੇ ਟਵਿਨ ਬ੍ਰਦਰ ਹੈ, ਸੋ ਕਿੰਨਾ ਤੁਸੀਂ ਵੱਡੇ ਹੋ ਕਿ ਉਹ ਵੱਡੇ? ਮੈਂ ਉਹਦੇ ਤੋਂ 30 ਮਿੰਟਸ ਵੱਡੀ ਆ। 30 ਮਿੰਟਸ ਵੱਡੇ ਹੋ, ਓਕੇ, ਅੱਧਾ ਘੰਟਾ। ਤੇ ਫਿਰ ਆਪਣੇ ਬ੍ਰਦਰ ਨਾਲ ਗੱਲਾਂ ਕਰਦੇ ਹੋ ਸ਼ੇਅਰ ਇਦਾਂ ਦਾ? ਮਤਲਬ ਆਬਵੀਅਸਲੀ ਕਹਿੰਦੇ ਜੋ ਟਵਿਨਸ ਹੁੰਦੇ ਉਹਨਾਂ ਦਾ ਬੌਂਡ ਅਲੱਗ ਹੀ ਹੁੰਦਾ ਇੱਕ। ਐਕਚੁਅਲੀ ਜਦੋਂ ਤੱਕ ਅਸੀਂ ਸਕੂਲ 'ਚ ਇਕੱਠੇ ਸੀ ਉਦੋਂ ਤਾਂ ਅਸੀਂ ਕਰਦੇ ਸੀ, ਹੁਣ ਨਾ ਉਹ ਕੈਨੇਡਾ ਰਹਿੰਦਾ, ਸਾਡੇ ਟਾਈਮਿੰਗਸ ਹੀ ਬਹੁਤ ਅੱਡ ਆ। ਸੋ ਇੱਕ ਥੋੜਾ, ਔਰ ਉਹਦੀ ਫੈਮਿਲੀ ਆ, ਉਹਦਾ ਇੱਕ ਛੋਟਾ ਜਿਹਾ ਬੇਟਾ ਵੀ ਆ। ਸੋ ਯੂ ਨੋ ਲਾਈਕ ਹੈਂਡਲਿੰਗ ਅ ਜੌਬ, ਔਰ ਬਾਹਰ ਤਾਂ ਇਦਾਂ ਨਹੀਂ ਹੁੰਦਾ ਨਾ, ਵੀ ਇੱਥੇ ਤਾਂ ਵੀ ਆਰ ਵੈਰੀ ਬਲੈਸਡ, ਵੀ ਹੈਵ ਹਾਊਸ ਹੈਲਪਸ, ਵੀ ਹੈਵ ਡਰਾਈਵਰਸ, ਲੇਕਿਨ ਉੱਥੇ ਸਾਰਾ ਕੰਮ ਆਪਣੇ ਆਪ ਕਰਨਾ ਪੈਣਾ, ਵਿਚ ਇਜ਼ ਅ ਵੈਰੀ ਗੁੱਡ ਥਿੰਗ। ਤਾਂ ਟਾਈਮ, ਇੰਨੀਆਂ ਗੱਲਾਂ ਦਾ ਟਾਈਮ ਨਹੀਂ ਹੁੰਦਾ ਕਿ ਯੂ ਨੋ ਡਿਟੇਲ 'ਚ ਕਰਾਂ, ਪਰ ਮੈਂ ਜ਼ਿਆਦਾਤਰ ਫਰੈਂਡਸ ਨਾਲ ਪ੍ਰੋਬਲਮ ਜਦੋਂ ਆਉਂਦੀ ਆ ਜਾਂ ਕੁਝ ਸਲਾਹ ਮਸ਼ਵਰਾ ਕੰਮ ਤੋਂ ਰਿਲੇਟਡ ਖਾਸ ਕਰ, ਫਿਰ ਮੈਂ ਫਰੈਂਡਸ ਨਾਲ ਕਰਦੀ ਹਾਂ। ਜੇ ਸ਼ੋਅ ਦੀ ਗੱਲ ਕਰਦੇ ਹਾਂ, ਜਦੋਂ ਲਾਸਟ ਸੀਜ਼ਨ ਸੀਗਾ, ਕੁਝ ਤੁਹਾਡੇ ਬਹੁਤ ਜ਼ਿਆਦਾ ਕਲੋਜ਼ ਫਰੈਂਡਸ ਆਏ ਸੀਗੇ ਜਿਨ੍ਹਾਂ ਨਾਲ ਤੁਸੀਂ ਹੈ ਨਾ ਇੱਦਾਂ ਵੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਤਾਂ ਕੁਝ ਗੱਲਾਂ ਪਤਾ ਵੀ ਹੁੰਦੀਆਂ। ਕਦੀ ਇੱਦਾਂ ਹੁੰਦਾ ਸੀ ਕਿ ਜੋ ਕੁਐਸਚਨਸ ਤੁਹਾਨੂੰ ਮਿਲਦੇ ਸੀਗੇ ਸ਼ੋਅ ਵੱਲੋਂ, ਉਹ ਤੋਂ ਇਲਾਵਾ ਵੀ ਆਪਣੀ ਤੁਸੀਂ ਐਡ ਕਰਦੇ ਹੁੰਦੇ ਸੀ ਕਿ ਅੱਛਾ ਇਹ ਐਮੀ ਅਗਰ ਆ ਰਹੇ ਤਾਂ ਮੈਂ ਐਮੀ ਨੂੰ ਇਹ ਗੱਲ ਪੁੱਛੂੰਗੀ, ਇੱਦਾਂ ਕੁਝ? ਹਾਂ, ਐਕਚੁਅਲੀ ਹਰ ਜਦੋਂ ਗੈਸਟ ਲਿਸਟ ਪਤਾ ਲੱਗਦੀ ਆ ਨਾ, ਤਾਂ ਤੁਸੀਂ ਜ਼ਰੂਰ ਆਪਣੇ ਵੀ ਤੁਹਾਡੇ ਕੁਝ ਪਰਸਨਲ ਕੁਐਸਚਨਸ ਹੁੰਦੇ ਆ, ਜਿੱਦਾਂ ਆਈ ਐਮ ਸ਼ੋਰ ਤੁਸੀਂ ਮੈਨੂੰ ਮਿਲੋ ਤਾਂ ਕੁਝ ਸਪੈਸੀਫਿਕ ਕੁਐਸਚਨਸ ਹੋਣਗੇ ਤੁਹਾਡੇ ਮਾਈਂਡ 'ਚ ਕਿ ਮੈਂ ਸੋਨਮ ਨੂੰ ਪੁੱਛੂੰਗੀ, ਕੋਈ ਹੋਰ ਆਰਟਿਸਟ ਆਊਗਾ ਜਾਂ ਆਊਗੀ ਤਾਂ ਉਹਦੇ ਲਈ ਕੁਝ ਹੋਰ, ਤਾਂ ਡੈਫੀਨੇਟਲੀ ਕੁਐਸਚਨਸ ਹੁੰਦੇ ਆ ਐਂਡ ਮੈਨੂੰ ਮੌਕਾ ਵੀ ਮਿਲ ਜਾਂਦਾ ਹੈ, ਮੈਂ ਪੁੱਛ ਲੈਂਦੀ ਹਾਂ, ਬਟ ਇੱਦਾਂ ਸਪੈਸੀਫਿਕਲੀ ਯਾਦ ਨਹੀਂ ਆ ਕਿ ਕਿਹੜੇ ਕਿਉਂਕਿ ਆਈ ਡੋਂਟ ਫੋਲੋ ਦ ਸਕ੍ਰਿਪਟ ਐਗਜ਼ੈਕਟਲੀ ਜਿਹੜੀ ਲਿਖੀ ਹੁੰਦੀ ਆ, ਤਾਂ ਮੈਂ ਕਾਫੀ ਚੀਜ਼ਾਂ ਜੋ ਮੈਂ ਪੁੱਛਣਾ ਚਾਹੁੰਦੀ ਹਾਂ ਮੈਂ ਉਹ ਵਿੱਚ ਪੁੱਛ ਲੈਂਦੀ ਹਾਂ। ਤੇ ਕਦੀ ਇਦਾਂ ਹੋਇਆ ਕਿ ਤੁਸੀਂ ਪੁੱਛ ਲਏ ਤੇ ਮੁੜ ਕੇ ਉਹ ਕਹਿਣ ਕਿ ਕਿਉਂ ਪੁੱਛਿਆ? ਹਾਂ, ਬਹੁਤ ਵਾਰ ਇਦਾਂ ਹੋਇਆ, ਬਹੁਤ ਵਾਰ ਕਿ ਯਾਰ ਉਹ ਨਾ ਰੱਖਿਓ ਪਲੀਜ਼, ਉਹ ਕੱਟ ਦਿਓ ਜਿਹੜਾ ਉਹ ਮੈਂ ਬੋਲਿਆ ਸੀਗਾ। ਸੋ ਦੇ ਡੂ ਦੈਟ, ਯੈਸ। ਕਾਫੀ ਫਨ ਰਿਹਾ ਉਹ ਸੀਜ਼ਨ। ਹਾਂ, ਬਹੁਤ ਫਨ, ਬਹੁਤ ਮੈਮੋਰੇਬਲ ਫॉर ਸੋ ਮੈਨੀ ਰੀਜ਼ਨਸ, ਬਹੁਤ ਫਨ, ਬਹੁਤ ਮੈਮੋਰੇਬਲ ਰਿਹਾ। ਰਾਈਟ, ਚਲੋ ਇਹ ਚੀਜ਼ ਮੈਂ ਜਿਹੜਾ ਹੁਣ ਸਵਾਲ ਪੁੱਛਣ ਵਾਲੀ ਹਾਂ, ਮੈਨੂੰ ਲੱਗਦਾ ਕਿ ਇੰਨਾ ਉਹ ਨਹੀਂ ਰਹੂਗਾ ਕਿ ਹੈ ਨਾ ਕਿ ਇਨਸਾਫ ਨਹੀਂ ਕਰਾਂਗੇ ਅਸੀਂ ਇਸ ਸਵਾਲ ਦੇ ਨਾਲ, ਇਹ ਗੱਲ ਜਿਹੜੀ ਪੁੱਛਣ ਵਾਲੀ ਹਾਂ, ਬਟ ਫਿਰ ਵੀ ਪੁੱਛੂੰਗੀ। ਇੱਕ ਐਪੀਸੋਡ ਕਿਸੇ ਵੀ ਆਰਟਿਸਟ ਨਾਲ ਜੋ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਇਮੋਸ਼ਨਲ ਰਹੇ ਤੇ ਇੱਕ ਅਜਿਹਾ ਐਪੀਸੋਡ ਜਿਸ 'ਚ ਬਹੁਤ ਜ਼ਿਆਦਾ ਹੱਸੇ ਤੁਸੀਂ? ਐਕਚੁਅਲੀ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਮੈਂ ਰੋਈ ਸੀਗੀ ਜਦੋਂ ਜਗਦੀਪ ਵਾਸ ਸ਼ੇਅਰਿੰਗ ਅਬਾਊਟ ਹਿਜ਼ ਮਮ ਔਨ ਦ ਲਾਸਟ ਸੀਜ਼ਨ। ਤੇ ਫਨੀ ਮੈਂ ਕਹੂੰਗੀ ਸਭ ਤੋਂ ਜ਼ਿਆਦਾ ਸੀਗਾ ਜਦੋਂ ਅੰਮ੍ਰਿਤਮਾਨ ਜਾਰਡਨ ਵਾਲਾ ਐਪੀਸੋਡ, ਕਿਉਂਕਿ ਅੰਮ੍ਰਿਤਮਾਨ ਤਾਂ ਬਹੁਤ ਹੀ ਕਮਾਲ ਦੀ ਮਿਮਿਕਰੀ ਕਰਦੇ ਆ, ਤਾਂ ਕੀਤੀ ਵੀ ਉਹਨਾਂ ਨੇ ਐਮੀ ਦੀ, ਔਰ ਐਮੀ ਤਾਂ ਸਾਡਾ ਫਰੈਂਡ ਆ, ਹੈ ਨਾ, ਤਾਂ ਜਿੱਦਾਂ ਉਹ ਕਰ ਰਹੇ ਸੀ ਆਈ ਵਾਸ ਲਾਈਕ ਓ ਮਾਈ ਗॉड ਦਿਸ ਇਜ਼ ਐਕਚੁਅਲੀ ਐਮੀ। ਔਰ ਇੱਕ ਐਪੀਸੋਡ ਜਦੋਂ ਗੁਰਨਜ਼ਰ ਤੇ ਮਿਲਨ ਗਾਬਾ ਤੇ ਇੰਦਰ, ਇਹ ਤਿੰਨਾਂ ਮੁੰਡਿਆਂ ਨੇ ਮੈਨੂੰ ਬਿਲਕੁਲ ਪਾਗਲ ਕਰਤਾ ਸੀ। ਇਹਦਾ ਚੋਪੀ ਮਤਲਬ ਇਹਨਾਂ ਨੇ ਇੰਨਾ ਰੌਲਾ ਪਾਇਆ ਸੈੱਟ ਤੇ, ਇੰਨਾ ਰੌਲਾ, ਮੈਨੂੰ ਐਂ ਲੱਗ ਰਿਹਾ ਸੀ ਜਿੱਦਾਂ ਨਾ ਮੈਂ ਕਲਾਸਰੂਮ 'ਚ ਹਾਂ ਐਂਡ ਨਾ ਕੁਛ ਬੱਚੇ ਹੁੰਦੇ ਨਾ ਜਿਹੜੇ ਤੁਸੀਂ ਕਲਾਸ ਦੇ ਮੋਨੀਟਰ ਹੋ ਔਰ ਇਹ ਤੁਹਾਡੀ ਗੱਲ ਹੀ ਨਹੀਂ ਸੁਣ ਰਹੇ। ਮੈਨੂੰ ਲਿਟਰਲੀ ਲਾਈਕ ਕਹਿਣਾ ਪਿਆ 2-3 ਵਾਰ ਚੀਕ ਕੇ ਕਿ ਪਲੀਜ਼ stay quiet, like silence, ਤਾਂ ਜਾ ਕੇ ਉਹ ਤਾਂ ਬੋਲਣ ਹੀ ਨਾ ਦੇਣ। ਹਾਂ, ਉਹਨਾਂ ਨੇ ਤਿੰਨਾਂ ਜਣਿਆਂ ਨੇ ਬੜਾ ਗਾਹ ਪਾਇਆ ਸੀਗਾ। ਤੇ ਔਰ ਜੇ ਮੈਨੂੰ ਪੁੱਛੋ ਸਭ ਤੋਂ ਜ਼ਿਆਦਾ ਯਾਦਗਾਰ ਵਾਜ਼ ਸਿੱਧੂਜ਼ ਐਪੀਸੋਡ, ਬਿਕਾਜ਼ ਬਹੁਤ ਸਾਰੇ ਗੈਸਟ ਸ਼ਾਇਦ ਆਉਣਗੇ ਦੁਬਾਰਾ, ਸੀਜ਼ਨ 3 ਬਣੂਗਾ ਜਾਂ 2 'ਚ ਵੀ ਸ਼ਾਇਦ ਇੱਕ ਅੱਧੇ ਪਿਛਲੇ ਸੀਜ਼ਨ ਦੇ ਆਉਣ, ਆਈ ਡੋਂਟ ਨੋ, ਬਟ
ਯੂ نو ਆਈ ਮਿਸ ਦੈਟ ਪਾਰਟ ਦੈਟ ਯੂ نو ਕਿ ਉਹ ਟਾਈਮ ਕਦੇ ਵਾਪਸ ਨਹੀਂ ਆ ਸਕਦਾ ਸੋ ਐਂਡ ਦੈਟ ਸਿੱਧੂ ਤੁਹਾਡੇ ਇਨਸਿਸਟ ਕਰਨ ਤੇ ਆਏ ਸੀ ਰਾਈਟ ਐਕਚੁਅਲੀ ਮੈਨੂੰ ਲੱਗਦਾ ਮੈਂ ਤੁਹਾਨੂੰ ਹੀ ਇੰਟਰਵਿਊ ਦਿੱਤਾ ਸੀ ਰਾਈਟ ਜਦੋਂ ਮੈਂ ਕਿਹਾ ਸੀ ਤੁਸੀਂ ਮੈਨੂੰ ਸ਼ਾਇਦ ਸਵਾਲ ਪੁੱਛਿਆ ਸੀ ਕਿ ਕੌਣ ਚਾਹੁੰਦੇ ਹੋ ਤੁਸੀਂ ਤਾਂ ਮੈਂ ਕਿਹਾ ਸੀ ਕਿ ਆਈ ਊਡ ਲਵ ਟੂ ਹੈਵ ਸਿੱਧੂ ਮੂਸੇਵਾਲਾ ਔਨ ਦਾ ਸ਼ੋ ਤੇ ਉਦੋਂ ਤੱਕ ਮੇਰੀ ਤੇ ਸਿੱਧੂ ਦੀ ਇੱਕੋ ਵਾਰ ਮੁਲਾਕਾਤ ਹੋਈ ਸੀ ਫॉर ਜੱਟੀ ਜੋੜੇ ਮੋੜ ਵਰਗੀ ਗਾਣੇ ਦੇ ਲਈ ਤੇ ਔਰ ਹਮੇਸ਼ਾ ਹੀ ਮੈਂ ਸਿੱਧੂ ਨੂੰ ਬਹੁਤ ਐਡਮਾਇਰ ਕਰਦੀ ਸੀ ਤਾਂ ਮੈਨੂੰ ਨਹੀਂ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇੰਟਰਵਿਊ ਦੇਖਿਆ ਮੈਂ ਵੈਸੇ ਉਹਨਾਂ ਨੂੰ ਪੁੱਛਿਆ ਮੈਸੇਜ ਤੇ ਐਂਡ ਬਟ ਇਟ ਵਾਸ ਸੋ ਕਾਈਂਡ ਆਫ ਹਿਮ ਮਤਲਬ ਖੈਰ ਹੀ ਵਾਸ ਆਲਵੇਜ਼ ਸੋ ਕਾਈਂਡ ਟੂ ਮੀ ਤੇ ਉਹਨਾਂ ਨੇ ਉਹ ਇੰਟਰਵਿਊ ਦੇਖ ਕੇ ਮੈਨੂੰ ਕਿਹਾ ਕਹਿੰਦਾ ਹਾਂਜੀ ਮੈਂ ਸੁਣਿਆ ਵੀ ਸੀਗਾ ਤੁਸੀਂ ਕਿਹਾ ਤੇ ਅਸੀਂ ਜ਼ਰੂਰ ਆਵਾਂਗੇ ਬਿਲਕੁਲ ਆਵਾਂਗੇ ਐਂਡ ਹੀ ਮੇਡ ਐਵਰੀਥਿੰਗ ਸੋ ਸਪੈਸ਼ਲ ਫॉर ਮੀ ਦ ਹੋਲ ਸੀਜ਼ਨ ਔਰ ਉਹ ਐਪੀਸੋਡ ਤਾਂ ਮੇਰੀ ਮਤਲਬ ਜ਼ਿੰਦਗੀ ਦਾ ਚਾਹੇ ਜਿੰਨੇ ਮਰਜ਼ੀ ਸੀਜ਼ਨ ਆਉਣ ਜਿੰਨੇ ਮਰਜ਼ੀ ਐਪੀਸੋਡ ਹੋਣ ਬਟ ਉਹ ਸਭ ਤੋਂ ਜ਼ਿਆਦਾ ਖਾਸ ਰਹੂਗਾ ਤੁਸੀਂ अर्ਲੀ ਮਾਰਨਿੰਗ ਸ਼ੂਟ ਕੀਤਾ ਸੀ ਮਤਲਬ ਲੇਟ ਨਾਈਟ ਸ਼ੂਟ ਚੱਲ ਲੇਟ ਨਾਈਟ ਹੋਇਆ ਸੀ अर्ਲੀ ਮਾਰਨਿੰਗ ਪੈਕਅਪ ਹੋਇਆ ਸੀ ਹਾਂਜੀ ਯਾ ਸੋ ਬਹੁਤ ਸਾਰੇ ਕਿਉਂਕਿ ਹਜੇ ਵੀ ਅਸੀਂ ਦੇਖਦੇ ਆ ਉਹ ਬਹੁਤ ਸਾਰੇ ਹੋਰ ਐਪੀਸੋਡਸ ਦੇ ਵੀ ਵੀਡੀਓ ਕਲਿੱਪਸ ਜਿਹੜੀਆਂ ਵਾਇਰਲ ਹੁੰਦੀਆਂ ਜਾਂ ਅਸੀਂ ਦੇਖਦੇ ਆ ਸੋਸ਼ਲ ਮੀਡੀਆ ਤੇ ਬਟ ਸਿੱਧੂ ਵਾਲੇ ਸ਼ੋਜ਼ ਦੀ ਬਹੁਤ ਸਾਰੀ ਇਦਾਂ ਦੀ ਗੱਲਾਂ ਹੈ ਨਾ ਲਾਈਕ ਤੁਸੀਂ ਪੁੱਛਿਆ ਸੀ ਕਿ ਇੱਕ ਪਾਵਰ ਹੋਵੇ ਤੇ ਕਿਹੜੀ ਤੁਸੀਂ ਚੀਜ਼ ਕਰੋਗੇ ਸੋ ਬਹੁਤ ਮੈਨੂੰ ਲੱਗਦਾ ਕਿ ਉਹ ਇਮੋਸ਼ਨਲੀ ਵੀ ਅਸੀਂ ਉਸ ਚੀਜ਼ ਨਾਲ ਹੈ ਨਾ ਬੜਾ ਜੁੜੇ ਹੋਏ ਆ ਔਰ ਕਿਉਂਕਿ ਤੁਸੀਂ ਕੰਮ ਵੀ ਇਕੱਠਿਆਂ ਨੇ ਕੀਤਾ ਇੱਕ ਬੌਂਡ ਵੀ ਐਜ਼ ਐਨ ਆਰਟਿਸਟ ਜਾਂ ਫਿਰ ਐਜ਼ ਅ ਫਰੈਂਡ ਸ਼ੇਅਰ ਕਰਦੇ ਹੋ ਸੋ ਚੀਜ਼ਾਂ ਮਿਸ ਤਾਂ ਕਰੋਗੇ ਬਟ ਲਾਈਕ ਵੀ ਸੈਡ ਯੂ نو ਆਈ ਮੀਨ ਇੱਦਾਂ ਦਾ ਪਤਾ ਕੋਈ ਦਿਨ ਹੀ ਨਹੀਂ ਜਾਂਦਾ ਕਿ ਜਿੱਦਣ ਮਤਲਬ ਮੈਨੂੰ ਇਹ ਖਿਆਲ ਨਾ ਆਵੇ ਕਿ ਲਾਈਕ ਇਹ ਕੀ ਹੋਇਆ ਔਰ ਇਹ ਕਿਉਂ ਹੋਇਆ ਯੂ نو ਸੋ ਇਟ ਇਜ਼ ਲਾਈਕ ਮਤਲਬ ਬੜਾ ਕੀ ਕਹੀਏ ਬਟ ਆਈ ਰੀਲੀ ਹੋਪ ਕਿ ਯੂ نو ਹੁਣ ਆਪਾਂ ਟਾਈਮ 'ਚ ਜਾ ਕੇ ਤਾਂ ਉਹ ਚੀਜ਼ ਕਦੇ ਵੀ ਨਹੀਂ ਅਸੀਂ ਠੀਕ ਕਰ ਸਕਦੇ ਬਟ ਐਟਲੀਸਟ ਹੁਣ ਉਹਨੂੰ ਜਸਟਿਸ ਮਿਲਣਾ ਚਾਹੀਦਾ ਆ ਐਂਡ ਆਈ ਰੀਲੀ ਹੋਪ ਆਈ ਰੀਲੀ ਪ੍ਰੇ ਕਿ ਮਤਲਬ ਲੋਕ ਵੀ ਔਰ ਗਵਰਨਮੈਂਟ ਵੀ ਮਤਲਬ ਲਾਈਕ ਹੀ ਹਿਸ ਫੈਮਿਲੀ ਡਿਜ਼ਰਵਸ ਜਸਟਿਸ ਰਾਈਟ ਹੁਣ ਏਜੰਸੀ ਐਨਆਈ ਕੋਲ ਗਈ ਹੈ ਸੋ ਵੀ ਹੋਪ ਕਿ ਹੁਣ ਕੁਝ ਹੈ ਨਾ ਵਧੀਆ ਹੋ ਸਕੇ ਬਿਲਕੁਲ ਯੈਸ ਵਾਪਸ ਸ਼ੋਜ਼ ਤੇ ਵਾਪਸ ਹੈ ਨਾ ਉਸ ਗੱਲ ਤੇ ਆਨੇ ਸੋ ਆਈ ਨੋ ਕਿ ਇੱਕਦਮ ਮਾਈਂਡ ਉਸ ਪਾਸੇ ਚੱਲ ਜਾਂਦਾ ਸੋ ਬਹੁਤ ਟਫ ਹੋ ਜਾਂਦਾ ਹੈ ਨਾ ਵਾਪਸ ਆਪਣੇ ਜੋ ਮੈਂਟਲ ਸਟੇਟ ਹੈ ਉਸ ਤੇ ਹੈ ਨਾ ਅੱਛਾ ਮੈਂਟਲ ਸਟੇਟ ਤੋਂ ਮੈਂ ਇੱਕ ਸਵਾਲ ਤੁਹਾਡੇ ਲਈ ਹੈ ਸੋਨਮ ਤੁਸੀਂ ਇੰਨੇ ਫਿੱਟ ਹੋ ਹਮੇਸ਼ਾ ਅਸੀਂ ਗੱਲ ਕਰਦੇ ਆ ਹਰ ਕੋਈ ਤੁਹਾਨੂੰ ਪੁੱਛਦਾ ਨਹੀਂ ਪਲੀਜ਼ ਆਹ ਵਾਲਾ ਫੇਸ ਹੀ ਬਣਾ ਮੈਂ ਤੁਹਾਨੂੰ ਬਾਹਰ ਚਲੋ ਚਾਹੇ ਦੇਖਿਆ ਕਿ ਆਹ ਕੀ ਹੈ ਇਹ ਲੈ ਆਓ ਮਿਸ ਕਰਤਾ ਪੁੱਛੋ ਮੇਰੇ ਦੇਖੋ ਬੰਦੇ ਪਿੱਛੇ ਖੜੇ ਆ ਮੈਂ ਹੁਣੇ 2 ਕਚੌੜੀ ਅੱਛਾ ਤੇ ਕੀ ਖਾਧਾ ਛੋਲੇ ਤੇ ਉਹ ਛੋਲੇ ਭਟੂ ਨਾਨ ਛੋਲੇ ਨਾਨ ਜਾਂ ਜੋ ਵੀ ਆ ਉਹ ਖਾਧਾ ਮੈਂ ਹਾਂ ਮੈਂ ਉਹੀ ਮੈਂ ਦੇਖ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਆ ਕੀ ਇਹਨੂੰ ਲੈ ਆਓ ਯਾ ਮੈਂ ਖਾਧਾ ਉਹ ਬਟ ਸਟਿਲ ਤੁਸੀਂ ਕਿਉਂਕਿ ਆਬਵੀਅਸਲੀ ਹੈ ਨਾ ਖੁਦ ਦੀ ਫਿਟਨੈਸ ਤੇ ਵੀ ਪੂਰਾ ਹੈ ਨਾ ਧਿਆਨ ਰੱਖਦੇ ਹੋ ਬਟ ਇੱਕ ਮੈਂਟਲ ਹੈਲਥ ਜਿਸ ਪੋਜੀਸ਼ਨ ਤੇ ਤੁਸੀਂ ਹੋ ਜਿਸ ਕੰਮ ਦੇ ਵਿੱਚ ਤੁਸੀਂ ਹੋ ਹੈ ਨਾ ਇੱਕ ਬੜਾ ਹਸਲ ਜਿਹਾ ਰਹਿੰਦਾ ਹੈ ਨਾ ਪੂਰਾ ਟਾਈਮ ਇਸ ਮਾਈਂਡ ਨੂੰ ਕਿੱਦਾਂ ਕਾਮ ਰੱਖਦੇ ਆ ਸੋਨਮ ਇਹਦੇ ਲਈ ਕੀ ਕਰਦੇ ਆ ਮੈਂ ਸੱਚੀ ਦੱਸਾਂ ਇਹ ਨਹੀਂ ਕਿ ਕੈਮਰਾ ਔਨ ਔਰ ਮਤਲਬ ਮੈਨੂੰ ਤੇ ਕੈਮਰੇ ਦੇ ਮੂਹਰੇ ਆ ਸਭ ਗੱਲਾਂ ਕਰਨੀਆਂ ਵੀ ਪਸੰਦ ਨਹੀਂ ਬਟ ਕਿਉਂਕਿ ਆਈ ਡੋਂਟ ਵਾਂਟ ਪੀਪਲ ਟੂ ਥਿੰਕ ਕਿ ਮੈਂ ਕੋਈ ਬੜੀ ਸਪਿਰਿਚੁਅਲ ਤੇ ਕੋਈ ਨੋ ਮੈਂ ਸ਼ਾਇਦ ਮੈਨੂੰ ਤੁਹਾਡੇ ਨਾਲੋਂ ਜ਼ਿਆਦਾ ਇਸ ਚੀਜ਼ ਦੀ ਲੋੜ ਆ ਮੈਂ ਤਾਂ 2 ਦਿਨ ਜੇ ਪ੍ਰੇਅਰ ਨਾ ਕਰਾਂ ਨਾ 3 ਦਿਨ ਤਾਂ ਮੈਂ ਇਨਸਾਨ ਹੀ ਕੁਝ ਅਜੀਬ ਬਣ ਜਾਂਦੀ ਆ ਲਾਈਕ ਵੀਅਰਡ ਮੈਂ ਟੈਨਸ਼ਨ ਜ਼ਿਆਦਾ ਲਵਾਂਗੀ ਸੋਚੂੰਗੀ ਜ਼ਿਆਦਾ ਔਰ ਤਾਂ ਮੈਨੂੰ ਤਾਂ ਟੂ ਸਟੇ ਗਰਾਊਂਡਡ ਜਾਂ ਜਿਹਨੂੰ ਕਹੋ ਕਿ ਸਟਰੋਂਗ ਰਹਿਣ ਲਈ ਮੇਰੇ ਲਈ ਤਾਂ ਲਾਈਕ ਪ੍ਰੇਅਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਔਰ ਜਿੰਨਾ ਮਰਜ਼ੀ ਤੁਸੀਂ ਫਰੈਂਡਸ ਹੈਗੇ ਆ ਆਫ ਕੋਰਸ ਆਈ ਐਮ ਵੈਰੀ ਬਲੈਸਡ ਬਟ ਇੱਕ ਫਰੈਂਡ ਵੀ ਇਨਸਾਨ ਆ ਨਾ ਐਟ ਦੀ ਐਂਡ ਆਫ ਦ ਡੇ ਉਹ ਆਪਣੀ ਇੱਕ ਇਨਸਾਨ ਦੀ ਇੱਕ ਲਿਮਿਟ ਆ ਬਟ ਰੱਬ ਦੀ ਕੋਈ ਲਿਮਿਟ ਨਹੀਂ ਆ ਹੈ ਨਾ ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਆਈ ਡੋਂਟ ਨੋ ਅਬਾਊਟ ਅਦਰਸ ਬਟ ਮੇਰੇ ਲਈ ਹਮੇਸ਼ਾ ਮਤਲਬ ਇੱਕ ਦਿਨ ਦਾ ਵੀ ਭਾਵੇਂ ਮੈਨੂੰ ਬ੍ਰੇਕ ਮਿਲੇ ਔਰ ਮੈਂ ਆਪਣਾ ਘਰ 'ਚ ਉਦਣ ਸਿਰਫ ਪ੍ਰੇਅਰਸ ਲਈ ਟਾਈਮ ਡੈਡੀਕੇਟ ਕਰਾਂ ਇਹ ਮੈਂ ਕੋਸ਼ਿਸ਼ ਕਰਦੀ ਜਾਂ ਫਿਰ ਇਵਨ ਦਿਨੇ ਵੀ ਚੱਲਦੇ ਔਰ ਪ੍ਰੇਅਰ ਜ਼ਰੂਰੀ ਨਹੀਂ ਕਿ ਬਹਿ ਕੇ ਮਤਲਬ ਵਾਟ ਆਈ ਐਮ ਸੇਇੰਗ ਇਸ ਕਿ ਵੀ ਬਹਿ ਕੇ ਤੁਸੀਂ ਇੱਕ ਜਗ੍ਹਾ ਜਿੱਦਾਂ ਆਪਾਂ ਪੂਜਾ ਪਾਠ ਕਰੀਦਾ ਉਹ ਤਾਂ ਠੀਕ ਆ ਜ਼ਰੂਰੀ ਆ ਲੇਕਿਨ ਜਿੱਦਾਂ ਇੱਕ ਹੁੰਦਾ ਨਾ ਕਿ ਗੱਲ ਵੀ ਕਰਨੀ ਸੋ ਉਹ ਮੇਰੇ ਲਈ ਬਹੁਤ ਜ਼ਰੂਰੀ ਆ ਸੋ ਆਈ ਕੀਪ ਟਾਕਿੰਗ ਟੂ ਗੋਡ ਤੇ ਮੈਨੂੰ ਉਹ ਬਹੁਤ ਸਟਰੈਂਥ ਦਿੰਦਾ ਆ ਮੈਨੂੰ ਇਹ ਲੱਗਦਾ ਕਿ ਜਿੰਨੀ ਮਰਜ਼ੀ ਪ੍ਰੋਬਲਮ ਹੋ ਜਾਏ ਰੱਬ ਨੇ ਹਮੇਸ਼ਾ ਸਾਥ ਦਿੱਤਾ ਆ ਐਂਡ ਦਿਸ ਟਾਈਮ ਆਲਸੋ ਹੀ ਵਿਲ ਡੂ ਇਟ ਫॉर ਮੀ ਸੋ ਮੇਰੀ ਮੈਂਟਲ ਸੈਨਿਟੀ ਦੇ ਲਈ ਇੱਕ ਸਪਿਰਿਚੁਅਲਿਟੀ ਜਾਂ ਇੱਕ ਫੇਥ ਦਾ ਹੋਣਾ ਬਹੁਤ ਜ਼ਰੂਰੀ ਆ ਐਜ਼ ਯੂ ਸੈਡ ਕਿ ਦਿਨ 'ਚ ਕਿੰਨੀਆਂ ਕੁ ਚੀਜ਼ਾਂ ਹੋ ਜਾਂਦੀਆਂ ਐਂਡ ਯੂ نو ਸੋ ਮੈਨੀ ਥਿੰਗਸ ਯੂ ਸੀ ਸੋ ਮੈਨੀ ਥਿੰਗਸ ਯੂ ਹੀਅਰ
ਤੁਹਾਨੂੰ ਤੁਹਾਡਾ ਪੀਸ ਜਿਹੜਾ ਨਾ ਮਿੰਟਾਂ 'ਚ ਚੱਲ ਜਾਂਦਾ ਲਾਈਕ ਐਂਡ ਇਫ ਯੂ ਆਰ ਨਾਟ ਰੂਟਡ ਐਂਡ ਸਟਰੋਂਗ ਹੀਅਰ ਤਾਂ 2 ਮਿੰਟ 'ਚ ਤੁਹਾਡਾ ਮੂਡ ਆਫ ਹੋ ਜਾਂਦਾ, 2 ਮਿੰਟ 'ਚ ਤੁਹਾਨੂੰ ਗੁੱਸਾ ਆ ਜਾਂਦਾ, 2 ਮਿੰਟ 'ਚ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਤਾਂ ਮੇਰੀ ਮੈਂਟਲ ਹੈਲਥ ਦੇ ਲਈ ਤਾਂ ਮੈਨੂੰ ਲੱਗਦਾ ਦੈਟ ਮਾਈ ਰਿਲੇਸ਼ਨਸ਼ਿਪ ਵਿਦ ਗੋਡ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਛਾ, ਪਰਸਨਲ ਲਾਈਫ ਕਿੰਨਾ ਤੁਸੀਂ ਮਤਲਬ ਕੰਫਰਟੇਬਲ ਰਹਿੰਦੇ ਹੋ ਆਪਣਾ ਸ਼ੇਅਰ ਕਰਨਾ ਕਿਸੇ ਨਾਲ ਵੀ? ਜਦੋਂ ਕਿਸੇ ਨੂੰ ਫਰਸਟ ਟਾਈਮ ਮਿਲਦੇ ਆ ਓਪਨ ਅਪ ਹੋਣਾ ਕਿੰਨਾ ਟਾਈਮ ਲੱਗਦਾ ਹੈ ਤੁਹਾਨੂੰ ਓਪਨ ਅਪ ਹੋਣ 'ਚ ਵਿੱਚ? ਐਕਚੁਅਲੀ ਮੈਨੂੰ ਇਹ ਲੱਗਦਾ ਆ ਕਿ ਤੁਸੀਂ ਆਪਣੀ ਪਰਸਨਲ ਜ਼ਿੰਦਗੀ ਬਾਰੇ ਸਿਰਫ ਬਹੁਤ ਘੱਟ ਲੋਕਾਂ ਨੂੰ ਹੀ ਦੱਸਦੇ ਹੋ ਔਰ ਮੇਰੇ ਹਿਸਾਬ ਨਾਲ ਉਹ ਇਦਾਂ ਹੀ ਹੋਣਾ ਚਾਹੀਦਾ ਆ। ਜਿੱਦਾਂ ਮੈਨੂੰ ਲੱਗਦਾ ਕਿ ਬਾਹਰ ਦਾ ਕੰਮ ਤੁਸੀਂ ਘਰ ਜ਼ਿਆਦਾ ਨਾ ਲੈ ਕੇ ਆਓ, ਇਟਸ ਬੈਟਰ, ਔਰ ਘਰ ਦੀਆਂ ਬਹੁਤ ਸਾਰੀਆਂ ਗੱਲਾਂ ਬਾਹਰ ਨਾ ਲੈ ਕੇ ਜਾਓ, that is better. So ਮੇਰੇ ਜਿਹੜੇ friends ਨੇ they know everything about my family, what happens in my personal life, ਲੇਕਿਨ ਸ਼ਾਇਦ professionally ਲੋਕਾਂ ਨੂੰ ਇੰਨਾ ਨਹੀਂ ਪਤਾ and I prefer it like that because ਮੈਂ ਕਦੇ ਬਹੁਤ ਜ਼ਿਆਦਾ ਆਪਣੇ ਮੰਮੀ ਪਾਪਾ ਬਾਰੇ ਵੀ ਪੋਸਟ ਨਹੀਂ ਕਰਦੀ ਕਿਉਂਕਿ ਹਰ ਚੀਜ਼ ਸ਼ਾਇਦ ਨਹੀਂ ਦਿਖਾਈ ਚਾਹੀਦੀ ਔਰ ਸਭ ਦਾ ਇੱਕ ਕੰਫਰਟ ਲੈਵਲ ਆ। ਬਟ ਜਿਹਦੇ ਨਾਲ ਮੇਰਾ ਕੰਫਰਟ ਹੈਗਾ ਲਾਈਕ ਕੁਛ ਤਾਂ ਇੰਡਸਟਰੀ ਦੇ ਵੀ ਫਰੈਂਡਸ ਹੈਗੇ ਆ ਜਿਹੜੇ ਕਿ ਖਾਸ ਆ, ਦੇ ਨੋ ਐਵਰੀਥਿੰਗ ਵਾਟ ਇਜ਼ ਹੈਪਨਿੰਗ ਇਨ ਫੈਮਿਲੀ, ਘਰੇ ਕੀ ਚੱਲ ਰਿਹਾ ਆ, ਕੀ ਹੋ ਰਿਹਾ ਆ, ਕਿਹਦੇ ਨਾਲ ਬਾਹਰ ਆ, ਕੀ ਹੋ ਰਿਹਾ, ਸੋ ਦੇ ਨੋ। ਬਟ ਮੇ ਬੀ ਆਈ ਡੋਂਟ ਪੋਸਟ ਸੋ ਮਚ ਅਬਾਊਟ ਮਾਈ ਪਰਸਨਲ ਲਾਈਫ। ਅੱਛਾ, ਕਦੇ ਇੱਦਾਂ ਹੁੰਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਦੱਸਣਾ ਚਾਹ ਰਹੇ ਹੋ, ਕੁਝ ਦਿਲ ਦੀਆਂ ਗੱਲਾਂ ਅਜਿਹੀਆਂ ਹੁੰਦੀਆਂ ਜਿਹੜੀ ਦੱਸਣਾ ਚਾਹ ਰਹੇ ਹੋ ਬਟ ਸਟਿਲ ਕੁਝ ਸੋਚ ਕੇ ਫਿਰ ਰਹਿ ਜਾਂਦੇ ਹੋ ਆਪਣੇ ਦੋਸਤ ਹੋਣ, ਚਲੋ ਫੈਮਿਲੀ ਨਾਲ? ਨਹੀਂ ਪਤਾ, ਤੁਸੀਂ ਮੇਰੇ ਫਰੈਂਡਸ ਨੂੰ ਕਦੇ ਮਿਲੋਗੇ ਨਾ, ਕੱਲ ਵੀ ਰਾਤ ਮੈਂ ਆਪਣੀ ਇੱਕ ਫਰੈਂਡ ਨਾਲ ਗੱਲ ਕਰ ਰਹੀ ਸੀ ਤੇ ਉਹ ਮੈਨੂੰ ਨਾ ਬਾਰ-ਬਾਰ ਇਹ ਕਹੇ ਕਿ ਮੈਨੂੰ ਆ ਨਾ ਦੱਸ ਜ਼ਿਆਦਾ ਜਾਂ ਮੈਨੂੰ ਆ ਬਾਰ-ਬਾਰ ਥੈਂਕ ਯੂ ਨਾ ਕਹੇ। ਬਟ ਮੈਂ ਕਾਫੀ ਐਕਸਪ੍ਰੈਸਿਵ ਆ ਐਜ਼ ਅ ਪਰਸਨ ਵਿਦ ਪੀਪਲ ਜਿਨ੍ਹਾਂ ਦੇ ਨਾਲ ਮੈਂ ਕਲੋਜ਼ ਆ। ਲਾਈਕ ਮੈਂ ਉਹਨਾਂ ਨੂੰ ਬਹੁਤ ਵਾਰ ਵੀ ਕਹਿ ਦਿੰਦੀ ਆ ਆਈ ਲਵ ਯੂ, ਜਾਂ ਮੈਂ ਲੰਬੇ ਵਿੱਚ ਲਿਖ ਕੇ ਮੈਸੇਜ 'ਤੇ ਚੀਜ਼ਾਂ, ਵੌਇਸ ਨੋਟ, ਤਾਂ ਮੈਂ ਹੈਗੀ ਆ ਐਕਸਪ੍ਰੈਸਿਵ। ਲਾਈਕ ਆਈ ਲਾਈਕ ਟੂ tell people who I love that you know you're so important to me, I love you, ਮੈਂ ਕਹਿੰਨੀ ਆ। ਇਹ ਜ਼ਰੂਰੀ ਵੀ ਹੈ ਵੈਸੇ, ਪਤਾ ਨਹੀਂ ਜ਼ਰੂਰੀ ਨਹੀਂ ਬਟ ਮੇਰੇ ਨੇਚਰ 'ਚ ਆ, ਮੈਂ ਤਾਂ ਕਹਿੰਨੀ ਆ, ਮੈਂ ਬਹੁਤ ਕਾਫੀ ਐਕਸਪ੍ਰੈਸਿਵ ਆ ਇਸ ਮਾਮਲੇ 'ਚ। ਮੈਨੂੰ ਲੱਗਦਾ ਜ਼ਰੂਰੀ ਵੀ ਹੈ, ਅਗਲੇ ਪਰਸਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਐਕਸਪ੍ਰੈਸ਼ਨਸ ਨਾਲ ਨਹੀਂ, ਚਾਹੇ ਵਰਡਸ ਨਾਲ ਕਈ ਵਾਰ ਹੈ ਨਾ ਪਤਾ ਚੱਲਦਾ। ਸਾਰਿਆਂ ਦਾ ਖੈਰ ਅਲੱਗ-ਅਲੱਗ ਤਰੀਕਾ ਹੁੰਦਾ। ਕੁਝ ਲੋਕ ਕਹਿ ਦਿੰਦੇ ਆ ਕਿ ਮੈਂ ਜ਼ਿਆਦਾ ਐਕਸਪ੍ਰੈਸ ਨਹੀਂ ਕਰਦਾ ਬਟ ਮੈਂ ਇਦਾਂ ਕਰਦੀ ਆ ਜਾਂ ਕਰਦਾ ਆ, ਬਟ ਆਈ ਥਿੰਕ ਜਦੋਂ ਕੋਈ ਐਕਸਪ੍ਰੈਸ ਕਰਦਾ ਤਾਂ ਸਾਹਮਣੇ ਵਾਲਾ ਬੰਦਾ ਵੈਸੇ ਅਪਰੀਸ਼ੀਏਟ ਹੀ ਕਰਦਾ ਆ। ਸੋ ਇਟਸ ਗੁੱਡ ਟੂ ਐਕਸਪ੍ਰੈਸ, ਆਈ ਥਿੰਕ। ਯੂ ਆਰ ਰਾਈਟ। ਕੌਣ ਇਦਾਂ ਦਾ ਆਰਟਿਸਟ ਹੈ ਸੈਕਿੰਡ ਸੀਜ਼ਨ ਦੇ ਵਿੱਚ ਤੁਸੀਂ ਜਿਹਨੂੰ ਚਾਹੁੰਦੇ ਹੋ ਕਿ ਮੈਂ ਉਹਨਾਂ ਦੇ ਦਿਲ ਦੀਆਂ ਗੱਲਾਂ ਜਾਣਨਾ? ਬੜੇ ਸਾਰੇ ਆ ਵੈਸੇ ਤਾਂ। ਇੱਕ ਤਾਂ ਮੈਂ ਜਿਨ੍ਹਾਂ ਦੀ ਜਾਣਨਾ ਚਾਹੁੰਦੀ ਸੀ ਉਹ ਆ ਵੀ ਰਹੇ ਆ ਤੇ ਮੈਂ ਰਿਵੀਲ ਨਹੀਂ ਕਰੂੰਗੀ। ਮੈਂ ਰੈਡੀ ਸੀ ਸੁਣਨ ਨੂੰ। ਕੌਣ? ਨਹੀਂ ਹੁਣ ਰਿਵੀਲ ਨਹੀਂ ਕਰੂੰਗੀ, ਉਹ ਆ ਰਿਹਾ। ਬਟ ਵੈਸੇ ਜੇ ਮੈਨੂੰ ਮੌਕਾ ਮਿਲੇ, ਜੇ ਮੈਨੂੰ ਪੁੱਛੋ ਤਾਂ ਮੈਂ ਚਾਹੁੰਦੀ ਕਿ ਮਾਨ ਸਾਹਿਬ ਜ਼ਰੂਰ ਆਉਂਦੇ। ਮਾਨ ਸਾਹਿਬ ਦੇ ਨਾਲ ਗੱਲਾਂ ਕਰਕੇ ਮੈਨੂੰ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ। ਮੈਂ ਜਿੰਨੀ ਵਾਰੀ ਵੀ ਉਹਨਾਂ ਨੂੰ ਬੰਬੇ ਵੀ ਮਿਲਦੀ ਹਾਂ, ਘਰ ਵੀ ਗਈ ਹਾਂ ਕਾਫੀ ਵਾਰ। ਉਹਨਾਂ ਦੀ ਡਾਟਰ ਇਨ ਲਾ, ਉਹਨਾਂ ਦੇ ਬੇਟੇ ਮੇਰੇ ਕਾਫੀ ਵਧੀਆ ਫਰੈਂਡਸ ਆ। ਸੋ ਉਹਨਾਂ ਦੇ ਨਾਲ ਜਦੋਂ ਮਾਨ ਸਾਹਿਬ ਹੁੰਦੇ ਆ, ਜਦੋਂ ਗੱਲ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਐਂਡ ਹੀ so good to talk to him. ਤਾਂ I think ਮੈਂ ਉਹਨਾਂ ਨੂੰ ਚਾਹੁੰਦੀ, but I don't know his schedule. He is very very busy. He's traveling, so I don't know. But ਜੇ ਮੇਰੇ ਕੋਲ ਸੁਪਰ ਪਾਵਰ ਹੁੰਦੀ ਤਾਂ ਫਿਰ ਮੈਂ ਸ਼ਾਇਦ ਇਹ ਕਰ ਸਕਦੀ, ਤਾਂ ਮੈਂ ਕਰਦੇ ਆ ਨਾ। ਵੀ ਹੋਪ ਕਿ ਇਦਾਂ ਹੋਵੇ, ਹੈ ਨਾ। ਸੋ ਇੱਕ ਛੋਟਾ ਜਿਹਾ ਰੈਪਿਡ ਫਾਇਰ ਹੈ, ਤੁਹਾਨੂੰ ਪਤਾ ਅਸੀਂ ਹਮੇਸ਼ਾ ਖੇਡਦੇ ਹਾਂ। ਸੋ ਕੁਝ ਕੁਐਸਚਨਸ ਐਂਡ ਰੈਪਿਡ ਫਾਇਰ ਤੇ ਇੱਕ ਚੀਜ਼ ਯਾਦ ਆਈ। ਤੁਸੀਂ ਮੈਨੂੰ ਲੱਗਦਾ ਕੁਝ ਮੰਥ ਪਹਿਲੇ ਜਾਂ ਗੁਰਨਾਮ ਨਾਲ ਤੁਹਾਡੀ ਫਿਲਮ ਸੀ, ਉਹਦੇ ਦੌਰਾਨ ਤੁਸੀਂ ਇੱਕ ਰੈਪਿਡ ਫਾਇਰ ਵਿੱਚ ਜਵਾਬ ਦੇ ਦਿੱਤਾ ਕਿ ਮੈਂ ਫਵਾਦ ਖਾਨ ਨੂੰ ਡੇਟ ਕਰਨਾ ਚਾਹੁੰਦੀ ਹਾਂ, ਔਰ 2-3 ਦਿਨ ਪਹਿਲੇ ਇੰਨੀ ਚੀਜ਼ ਵਾਇਰਲ ਹੋ ਰਹੀ ਹੈ। ਮੈਂ ਠੀਕ ਹੈ, ਜੇ ਉਹ ਵਿਆਹ ਨਾ ਹੁੰਦੇ। ਔਰ ਮੈਂ ਦੇਖਿਆ ਕਿ ਇੱਕ ਕੋਈ ਬਹੁਤ ਸਟੂਪਿਡ ਚੈਨਲ ਹੈ ਜਿਨ੍ਹਾਂ ਨੇ ਇਹ ਹੈਡਲਾਈਨਸ ਲਾਈਆਂ ਕਿ ਸੋਨਮ ਨੂੰ ਹੋਇਆ ਵਿਆਹ ਸ਼ਾਦੀशुदा ਇਨਸਾਨ ਸੇ ਪਿਆਰ। ਵਾਟ ਨੌਨਸੈਂਸ। ਪਹਿਲੀ ਗੱਲ ਤੇ ਮੈਂ ਉਹਨਾਂ ਨੂੰ ਐਡਮਾਇਰ ਕਰਦੀ ਹਾਂ ਐਜ਼ ਅ ਫੈਨ, ਹੈ ਨਾ। ਤਾਂ ਦੂਜਾ ਮੈਨੂੰ ਸਵਾਲ ਪੁੱਛਿਆ, ਮੈਂ ਕਿਹਾ ਹਾਂ ਠੀਕ ਹੈ, ਜੇ ਉਹ ਅਨਮੈਰਿਡ ਹੁੰਦੇ ਤੇ ਡੇਟ ਤੇ ਕਿਹਦੇ ਨਾਲ ਜਾਣਾ ਚਾਹੁੰਦੇ, ਤੇ ਮੈਂ ਕਿਹਾ ਜੇ ਉਹ ਅਨਮੈਰਿਡ ਹੁੰਦੇ ਤੇ ਜਾਣਾ ਚਾਹੁੰਦੇ ਤਾਂ ਉਹ 'ਚ ਕੀ ਗਲਤ ਆ। ਬਟ ਮੈਂ ਕਿਹੜਾ ਕਿਹਾ ਕਿ ਮੈਂ ਹੁਣ ਜਾਣਾ ਹੈ। ਬਟ ਐਨੀਵੇਜ਼, ਔਰ ਫਵਾਦ ਖਾਨ ਦੇ ਫੈਨ ਕੌਣ ਨਹੀਂ ਆ, ਆਮ ਸ਼ੋਰ ਤੁਸੀਂ ਵੀ ਹੋ। ਬਿਲਕੁਲ ਬਿਲਕੁਲ, ਹਰ ਕੋਈ। ਮੈਂ ਤਾਂ ਉਹਨਾਂ ਦੀ ਸੀਰੀਅਲਸ ਵੀ ਦੇਖਿਆ, ਸੋ ਮੇਰੇ ਤਾਂ ਫੇਵਰੇਟ ਨੇ।
ਸੋ ਸ਼ੋ ਹੁਣ 29th ਨੂੰ ਜਿਹੜਾ ਔਨ 에ਅਰ ਹੋਵੇਗਾ ਔਰ ਮੈਨੂੰ ਲੱਗਦਾ ਸ਼ਾਮ 7 ਵਜੇ ਜਿਹੜਾ ਸੈਟਰਡੇ ਔਰ ਸੰਡੇ ਜਿਹੜਾ ਔਨ 에ਅਰ ਹੋਏਗਾ ਸੋ ਫਰਸਟ ਐਪੀਸੋਡ ਵੀ ਤੁਸੀਂ ਰਿਵੀਲ ਨਹੀਂ ਕਰੋਗੇ ਕਿ ਕਿਹਦੇ ਨਾਲ ਆਉਣ ਨਹੀਂ ਵਾਲਾ ਫਰਸਟ ਮੈਂ ਦੱਸ ਦਿੰਨੀ ਆ ਫਰਸਟ ਐਪੀਸੋਡ 'ਚ ਸਾਡੇ ਗੈਸਟ ਹੋਣਗੇ ਅਪਾਰ ਸ਼ਕਤੀ ਖੁਰਾਨਾ ਤੇ ਸਨੀ ਸਿੰਘ ਤੇ ਬਾਕੀ ਦਾ ਲਾਈਨ ਅਪ ਤੁਸੀਂ ਦੇਖਿਓ ਬਟ ਫਰਸਟ ਇਹ ਹੋਣਗੇ ਔਰ 20 ਲਾਈਕ ਯੂ ਸੈਡ ਰਾਈਟਲੀ 29th ਅਕਤੂਬਰ ਨੂੰ ਸ਼ਾਮੀ 7 ਵਜੇ ਔਨ 에ਅਰ ਹੋਊਗਾ ਸੋ ਤੁਸੀਂ ਸਾਰੇ ਜਣੇ ਪਲੀਜ਼ ਜ਼ਰੂਰ ਦੇਖਿਓ ਓਕੇ ਸੋ ਲਾਸਟ ਸਵਾਲ ਇਹ ਹੈ ਵੈਸੇ ਤਾਂ ਸ਼ੋਅ ਦੇ ਰਿਗਾਰਡਿੰਗ ਕਰਨਾ ਚਾਹੀਦਾ ਸੀ ਬਟ ਮੈਂ ਇਹ ਸੁਣਿਆ ਕਿ ਤੁਸੀਂ ਰੀਜਨਲ ਸਿਨੇਮਾ ਵੈਸੇ ਕੀਤਾ ਹੋਇਆ ਹੈ ਨਾ ਕਿ ਬਾਲੀਵੁੱਡ ਵਿੱਚ ਵੀ ਐਂਟਰੀ ਕਰ ਰਹੇ ਹੋ ਐਜ਼ ਆਫ ਨਾਓ ਤਾਂ ਕੋਈ ਪਲਾਨਸ ਨਹੀਂ ਹੈ ਮੈਨੂੰ ਪੰਜਾਬ ਨੇ ਇੰਨਾ ਬਿਜ਼ੀ ਕੀਤਾ ਹੋਇਆ ਇੰਨਾ ਬਿਜ਼ੀ ਕੀਤਾ ਔਰ ਮੈਨੂੰ ਕੋਈ ਇਸ ਗੱਲ ਦਾ ਗਿਲਾ ਨਹੀਂ ਆ ਮੈਂ ਬਹੁਤ ਖੁਸ਼ ਹਾਂ ਐਂਡ ਜਦੋਂ ਵੀ ਕਹਿੰਦੇ ਆ ਨਾ ਜਦੋਂ ਕਿਸਮਤ 'ਚ ਹੋਇਆ ਉਦੋਂ ਹੋਊਗਾ ਬਟ ਐਜ਼ ਆਫ ਨਾਓ ਜੇ ਮੈਂ ਲਾਈਨਅਪ ਦੇਖਾਂ ਇੰਨਾ ਲੰਬਾ ਲਾਈਨਅਪ ਆ ਇੱਥੇ ਕਿ ਪਤਾ ਨਹੀਂ ਐਕਚੁਅਲੀ ਕਦੋਂ ਕੀ ਹੋਊਗਾ ਹੁਣ ਤੁਸੀਂ ਯੂਕੇ ਸ਼ੂਟ ਕਰਕੇ ਆਏ ਹੋ ਜੀ ਅਸੀਂ ਕੈਰੀ ਔਨ ਜੱਟਾ 3 ਸ਼ੂਟ ਕਰਕੇ ਆਏ ਹਾਂ ਐਂਡ ਉਹ ਅਸੀਂ ਤੁਹਾਡਾ ਸਪੈਸ਼ਲ ਇੱਕ ਗਿੱਪੀ ਦੀ ਸਨੈਪਚੈਟ ਤੇ ਦੇਖਿਆ ਸੀ ਤੁਹਾਡਾ ਬੈਗ ਚੈੱਕ ਕਰੇ ਸੀ ਕਿ ਤੁਹਾਡੇ ਬੈਗ ਦੇ ਅੰਦਰ ਕੀ ਹੈ ਮੈਂ ਤੁਸੀਂ ਮੰਨੋਗੇ ਨਹੀਂ ਇਹ ਸੱਚੀ ਗੱਲ ਆ ਕਿ ਬੀਨੂ ਜੀ ਨੇ ਮੇਰੇ ਇੱਕ ਪ੍ਰੋਡਕਟ ਦੀ ਪਿਕਚਰ ਲੈ ਕੇ ਕਰੀਮ ਤੋਂ ਲੈ ਕੇ ਆਈ ਪੈਚਸ ਤੋਂ ਲੈ ਕੇ ਮੈਂ ਮਿਸਟ ਕਿਹੜਾ ਸਪਰੇ ਕਰਦੀ ਹਾਂ ਕਿ ਸਾਰਾ ਕੁਝ ਬੀਨੂ ਜੀ ਨੇ ਮੇਰਾ ਜਿਹੜਾ ਹੈ ਨਾ ਉਹ ਲਿਆ ਇਵਨ 2-4 ਚੀਜ਼ਾਂ ਦੀ ਪਿਕਚਰ ਤਾਂ ਗਿੱਪੀ ਨੇ ਵੀ ਲਈ ਯਾਦ ਹੈ ਬੀਨੂ ਜੀ ਮਤਲਬ ਔਰ ਬੀਨੂ ਜੀ ਦੇ ਸਪਲੀਮੈਂਟਸ ਦੀ ਫੋਟੋਜ਼ ਮੈਂ ਲਈ ਕਿਉਂਕਿ ਬੀਨੂ ਜੀ ਦੀ ਫਿਟਨੈਸ ਤੁਸੀਂ ਦੇਖੋ ਤੇ ਮੈਂ ਵੀ ਦੇਖਿਆ ਮੈਂ ਕਿ ਕੀ ਖਾਂਦੇ ਆ ਬੀਨੂ ਜੀ ਮੈਂ ਵੀ ਉਹਦੀ ਫੋਟੋ ਲਈ ਹੈ ਹੀ ਸੋ ਸਵੀਟਲੀ ਸੈਂਟ ਮੀ ਆਲਸੋ ਆਲ ਦ ਪਿਕਚਰ ਓਕੇ ਥੈਂਕ ਯੂ ਸੋ ਮਚ ਸੋਨਮ ਸਾਨੂੰ ਸਮਾਂ ਦੇਣ ਦੇ ਲਈ ਐਂਡ ਵੀ ਹੋਪ ਕਿ ਜਿੰਨਾ ਪਿਆਰ ਫਰਸਟ ਸੀਜ਼ਨ ਨੂੰ ਮਿਲਿਆ ਸੀਗਾ ਦਿਲ ਦੀਆਂ ਗੱਲਾਂ ਨੂੰ ਉਨਾ ਹੀ ਸੈਕੰਡ ਸੀਜ਼ਨ ਨੂੰ ਮਿਲੇ ਔਰ ਅੱਗੇ ਬਹੁਤ ਸਾਰੇ ਇਹਦੇ ਸੀਜ਼ਨ ਜਿਹੜੇ ਬਣੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਸ ਸਾਡਾ ਸੋਨਮ ਬਾਜਵਾ ਜੀ ਦਿਲ ਦੀਆਂ ਗੱਲਾਂ 29th ਅਕਤੂਬਰ ਨੂੰ ਰਿਲੀਜ਼ ਨਹੀਂ ਸੌਰੀ ਔਨ 에ਅਰ ਹੋਵੇਗਾ ਜੀ ਨਿਊਜ਼ ਜੀ ਜਿਹੜਾ ਹੈ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸੈਟਰਡੇ ਸੰਡੇ ਆਇਆ ਕਰੇਗਾ ਸ਼ਾਮ 7 ਵਜੇ ਜ਼ਰੂਰ ਦੇਖਿਓ ਔਰ ਤੁਸੀਂ ਪਿਛਲੀ ਵਾਰ ਬਹੁਤ ਪਿਆਰ ਦਿੱਤਾ ਇਸ ਵਾਰ ਵੀ ਜ਼ਰੂਰ ਦਿਓ ਅਗਲੀ ਵਾਰ ਮਿਲਦੇ ਹਾਂ ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ